गुड मॉर्निंग स्टूडेंट्स। ਅੱਜ ਆਪਾਂ ਕਰਾਂਗੇ ਕਹਾਣੀ ਨੰਬਰ 2 ਪਰਦੇਸ ਨਾ ਤੋਰੀ ਬਾਬਲਾ। ਇਹ ਕਹਾਣੀ ਬੰਦ ਸਿੰਘ ਚੱਠਾ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਵਿੱਚ ਇਸ ਸਮੱਸਿਆ ਨੂੰ ਉਭਾਰਦੀ ਹੈ ਕਿ ਕਈ ਲੋਕ ਜਿਹੜੇ ਹਨ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਨ। ਲੇਖਕ ਅਤੇ ਉਸ ਦੀ ਪਤਨੀ ਵੀ ਇਸੇ ਤਰ੍ਹਾਂ ਹੀ ਜਿਹੜਾ ਪੱਕਾ ਇਰਾਦਾ ਬਣਾ ਲੈਂਦੇ ਹਨ ਕਿ ਉਹ ਆਪਣੀ ਕੁੜੀ ਨੂੰ ਪਰਦੇਸ ਭੇਜ ਕੇ ਹੀ ਸਾਡੇ ਜਿਹੜੇ ਸਮਾਜ ਵਿੱਚ ਹੈ ਆਪਣੀ ਸ਼ਾਨੋ ਸ਼ੌਕਤ ਉੱਚੀ ਬਣਾਉਣਗੇ। ਹਾਲਾਂਕਿ ਜਿਹੜੀ ਹੈ ਉਹਨਾਂ ਦੀ ਧੀ ਰਾਣੀ ਜੋ ਕਿ ਇਸ ਕਹਾਣੀ ਦੀ ਮੁੱਖ ਪਾਤਰ ਹੋਈ ਹੈ, ਉਸ ਦੀ ਉਮਰ ਜਿਹੜੀ ਹੈ 25 ਸਾਲ ਹੈ। ਉਹ MA ਅਤੇ BEd ਕਰ ਚੁੱਕੀ ਸੀ, ਪਰ ਫਿਰ ਵੀ ਜਿਹੜਾ ਹੈ ਉਹ ਆਪਣੀ ਲੜਕੀ ਨੂੰ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿੱਚ ਭੇਜਣਾ ਚਾਹੁੰਦੇ ਸਨ। ਉਹ ਸੋਚਦੇ ਸਨ ਕਿ ਜੇ ਕੁੜੀ ਦਾ ਵਿਆਹ ਪਰਦੇਸ ਗਏ ਮੁੰਡੇ ਨਾਲ ਹੋ ਜਾਵੇ ਤਾਂ ਵਿਆਹ ਪਿੱਛੋਂ ਜਿਹੜਾ ਹੈ ਸਾਰਾ ਟੱਬਰ ਵਿਦੇਸ਼ ਵਿੱਚ ਸੈੱਟ ਹੋ ਜਾਣਗੇ। ਇਸੇ ਤਰ੍ਹਾਂ ਹੀ ਕਹਾਣੀ ਦੇ ਵਿੱਚ ਇੱਕ ਮੁੰਡਾ ਜਿਹੜਾ ਹੈ ਅਚਾਨਕ ਕੈਨੇਡਾ ਤੋਂ ਵਿਆਹ ਕਰਵਾਉਣ ਲਈ ਆਉਂਦਾ ਹੈ। ਮੁੰਡੇ ਨਾਲ ਜਿਹੜੀ ਹੈ ਵਿਆਹ ਦੀ ਗੱਲ ਤੋਰੀ ਜਾਂਦੀ ਹੈ, ਪਰ ਉਸ ਦੀ ਉਮਰ ਜਿਹੜਾ ਹੈ 40-45 ਸਾਲ ਹੁੰਦੀ ਹੈ। ਉੱਧਰ ਜਿਹੜੀ ਹੈ ਧੀ ਨੇ ਬਾਹਰ ਜਾਣ ਦੀ ਜਿਹੜੀ ਹੈ ਪੱਕੀ ਜਿੱਦ ਕਰ ਲਈ ਸੀ। ਰਾਣੀ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਉਹ ਬਾਹਰ ਜਾਵੇ, ਕਿਉਂਕਿ ਉਸ ਨੇ ਜਿਹੜੀਆਂ ਹਨ ਬਾਹਰ ਦੇ ਮੁੰਡਿਆਂ ਦੀਆਂ ਗੱਲਾਂ ਸੁਣੀਆਂ ਹੋਈਆਂ ਸਨ, ਖਬਰਾਂ ਪੜ੍ਹੀਆਂ ਅਤੇ ਦੇਖੀਆਂ ਹੋਈਆਂ ਸਨ ਕਿ ਕਿਸ ਤਰ੍ਹਾਂ ਜਿਹੜਾ ਹੈ ਬਾਹਰ ਵਾਲੇ ਮੁੰਡੇ ਉੱਥੇ ਵਿਆਹ ਕਰਾ ਕੇ ਧੋਖੇ ਨਾਲ ਇੱਧਰੋਂ ਵੀ ਜਿਹੜੀਆਂ ਕੁਆਰੀਆਂ ਕੁੜੀਆਂ ਨੂੰ ਵਿਆਹ ਕੇ ਲੈ ਜਾਂਦੇ ਹਨ ਅਤੇ ਮਾਪਿਆਂ ਕੋਲੋਂ ਜਿਹੜਾ ਹੈ ਲੱਖਾਂ ਰੁਪਏ ਦਾ ਦਾਜ ਲੈ ਲੈਂਦੇ ਹਨ, ਕੈਸ਼ ਲੈਂਦੇ ਹਨ ਅਤੇ ਬਿਲਕੁਲ ਉਹਨਾਂ ਨੂੰ ਜਿਹੜਾ ਹੈ ਲਾਲਚ ਹੋ ਜਾਂਦਾ ਹੈ। ਲੜਕੀ ਉੱਧਰ ਬੁਲਾਉਣ ਦੇ ਲਾਰੇ ਕਰਕੇ ਜਿਹੜਾ ਹੈ ਹਮੇਸ਼ਾ ਇੱਧਰ ਹੀ ਉਡੀਕਦੀ ਰਹਿ ਜਾਂਦੀ ਹੈ। ਪਹਿਲਾਂ ਉਹਨਾਂ ਨਾਲ ਵਿਆਹ ਕਰਵਾ ਲੈਂਦੇ ਹਨ, ਪਰ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਸ ਨੂੰ ਤਲਾਕ ਦੇ ਕੇ ਇੱਧਰ ਹੀ ਛੱਡ ਜਾਂਦੇ ਹਨ। ਕਹਾਣੀਕਾਰ ਨੇ ਇਸ ਕਹਾਣੀ ਵਿੱਚ ਜਿਹੜਾ ਹੈ ਪ੍ਰਵਾਸੀ ਮੁੰਡੇ ਯਾਨੀ ਕਿ ਜਿਹੜੇ ਬਾਹਰ ਦੇ ਮੁੰਡੇ ਨੇ ਜਿਹੜਾ ਕਿ ਉਹ ਖਿਲਵਾੜ ਕਰਦੇ ਹਨ, ਉਹਨਾਂ ਦਾ ਜਿਹੜਾ ਹੈ ਪਰਦਾਫਾਸ਼ ਕੀਤਾ ਹੈ। ਦੇਖੋ ਕਹਾਣੀਕਾਰ ਦੱਸਦਾ ਹੈ ਕਿ ਉਹ ਵੀ ਉਹਨਾਂ ਮਾਪਿਆਂ ਦੀ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਨ। ਯਾਨੀ ਕਿ ਇਸ ਵਿੱਚ ਜਿਹੜਾ ਹੈ ਕਹਾਣੀਕਾਰ ਆਪ ਹੀ ਹੈ ਜਿਸ ਦੀ ਕਿ ਧੀ ਰਾਣੀ ਹੈ, ਯਾਨੀ ਕਿ ਆਪ ਵੀ ਉਸ ਦੀ ਇਹੋ ਜਿਹੀ ਹੀ ਸੋਚ ਹੈ ਕਿ ਉਹ ਵੀ ਚਾਹੁੰਦਾ ਹੈ ਕਿ ਆਪਣੀ ਕੁੜੀ ਨੂੰ ਬਾਹਰ ਦੇ ਮੁੰਡੇ ਨਾਲ ਵਿਆਹ ਕੇ ਆਪ ਜਿਹੜਾ ਹੈ ਖੁਸ਼ ਰਹੇ, ਯਾਨੀ ਕਿ ਆਪ ਵੀ ਬਾਹਰ ਜਾ ਕੇ ਸੈੱਟ ਹੋ ਜਾਵੇ। ਉਸ ਦੀ ਧੀ ਰਾਣੀ ਨੇ MA BEd ਕਰ ਲਈ ਸੀ। ਆਪਣੇ ਦੇਸ਼ ਵਿੱਚ ਕੁੜੀਆਂ ਦੀਆਂ ਬੇਰੁਜ਼ਗਾਰੀ ਨੂੰ ਭਾਂਪ ਕੇ ਉਸ ਦੀ ਪਤਨੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਵੀ ਕੋਈ ਵਿਦੇਸ਼ ਗਿਆ ਮੁੰਡਾ ਲੱਭ ਕੇ ਉਸ ਨੂੰ ਜਹਾਜ਼ ਚੜ੍ਹਾ ਦੇਣ। ਭਾਂਪ ਕੇ ਦਾ ਮਤਲਬ ਹੈ ਇੱਧਰ ਉੱਧਰ, ਮਤਲਬ ਦੇਖ ਕੇ ਬੇਰੁਜ਼ਗਾਰੀ ਨੂੰ ਭਾਂਪੇ, ਯਾਨੀ ਕਿ ਜਾਣਕਾਰੀ ਜਿਹੜੀ ਪ੍ਰਾਪਤ ਕਰਕੇ ਉਹਨੂੰ ਪਤਾ ਸੀ ਕਿ ਇੱਥੇ ਜਿਹੜੀ ਹੈ ਬੇਰੁਜ਼ਗਾਰੀ ਹੈ ਅਤੇ ਉਸ ਦੀ ਪਤਨੀ ਜਿਹੜੀ ਹੈ ਕਹਾਣੀਕਾਰ ਨੂੰ ਸਲਾਹ ਦਿੰਦੀ ਹੈ ਕਿ ਉਹ ਵੀ ਜਿਹੜਾ ਹੈ ਆਪਣੀ ਧੀ ਰਾਣੀ ਲਈ ਬਾਹਰ ਦਾ ਮੁੰਡਾ ਦੇਖ ਕੇ ਉਸ ਨੂੰ ਬਾਹਰ ਦੇ ਮੁੰਡੇ ਨਾਲ ਵਿਆਹ ਦੇਵੇ। ਕਹਾਣੀਕਾਰ ਵੀ ਇਸ ਗੱਲ ਨਾਲ ਸਹਿਮਤ ਹੋ ਗਿਆ ਅਤੇ ਉਹ ਸਮਝਦਾ ਸੀ ਕਿ ਉਸ ਦੀ ਸੋਹਣੀ ਅਤੇ ਪੜ੍ਹੀ ਲਿਖੀ ਕੁੜੀ ਲਈ ਬਾਹਰਲਾ ਮੁੰਡਾ ਲੱਭਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਉਹ ਇਹ ਵੀ ਸਮਝਣ ਲੱਗਾ ਕਿ ਇਸ ਨਾਲ ਉਹਨਾਂ ਦੀ ਸਮਾਜ ਵਿੱਚ ਸ਼ਾਨ ਸ਼ੌਕਤ ਵੀ ਬਣੇਗੀ ਅਤੇ ਨਾਲ ਹੀ ਇਹ ਲਾਲਚ ਵੀ ਪੈਦਾ ਹੋ ਗਿਆ ਕਿ ਧੀ ਨੂੰ ਕਿਸੇ ਪਰਦੇਸੀ ਲਾੜੇ ਨਾਲ ਵਿਆਹਣ ਮਗਰੋਂ ਉਹਨਾਂ ਦਾ ਸਾਰਾ ਟੱਬਰ ਵੀ ਪਰਦੇਸ ਚਲਾ ਜਾਵੇਗਾ। ਲਾੜੇ ਦਾ ਮਤਲਬ ਹੈ ਦੁੱਲਾ, ਜਾਂ ਆਪਾਂ ਜਿਹੜਾ ਮੁੰਡਾ ਕਹਿ ਦਿੰਦੇ ਹਾਂ, ਅਤੇ ਉਹਨੂੰ ਲਾਲਚ ਹੋ ਗਿਆ ਸੀ ਕਿ ਜੇਕਰ ਬਾਹਰ ਦਾ ਮੁੰਡਾ ਉਸ ਦੀ ਧੀ ਲਈ ਮਿਲ ਜਾਵੇ ਤਾਂ ਉਹ ਵੀ ਜਿਹੜਾ ਹੈ ਸਾਰਾ ਟੱਬਰ ਲੈ ਕੇ ਬਾਹਰ ਚਲਾ ਜਾਵੇਗਾ। ਹੁਣ ਉਹ ਦੋਵੇਂ ਜੀ ਆਪ ਅਤੇ ਆਪਣੇ ਮੁੰਡਿਆਂ ਦੇ ਬਾਹਰ ਚਲੇ ਜਾਣ ਦੇ ਸੁਪਨੇ ਦੇਖਣ ਲੱਗੇ ਅਤੇ ਉਹਨਾਂ ਨੂੰ ਬਾਹਰ ਜਾ ਕੇ ਪੰਡਾ ਬੰਨ੍ਹਣ ਦੀ ਕਾਹਲੀ ਪੈ ਗਈ। ਪੰਡਾ ਬੰਨ੍ਹਣ ਦਾ ਮਤਲਬ ਹੈ ਪੈਸਾ ਇਕੱਠਾ ਕਰਨਾ। ਅਤੇ ਹੁਣ ਜਦੋਂ ਵੀ ਉਹਨਾਂ ਨੂੰ ਕੈਨੇਡਾ ਜਾਂ ਅਮਰੀਕਾ ਤੋਂ ਆਏ ਕਿਸੇ ਮੁੰਡੇ ਬਾਰੇ ਪਤਾ ਲੱਗਦਾ ਤਾਂ ਉਹ ਅੰਗਲੀ ਸੰਗਲੀ ਕੱਢ ਕੇ ਉਹਨਾਂ ਨਾਲ ਸੰਪਰਕ ਪੈਦਾ ਕਰ ਲੈਂਦੇ ਸਨ। ਅੰਗਲੀ ਸੰਗਲੀ ਦਾ ਅਰਥ ਹੈ ਕਿ ਇੱਧਰੋਂ ਉੱਧਰੋਂ ਦੀ ਜਿਹੜੀ ਰਿਸ਼ਤੇਦਾਰੀ ਹੁੰਦੀ ਹੈ ਉਹਨੂੰ ਅੰਗਲੀ ਸੰਗਲੀ ਕਿਹਾ ਜਾਂਦਾ ਹੈ ਕਿ ਮੁੰਡਾ ਜਿਹੜਾ ਵੀ ਬਾਹਰੋਂ ਆਉਂਦਾ ਹੈ ਉਸ ਦੀ ਜਿਹੜੀ ਰਿਸ਼ਤੇਦਾਰੀ ਹੁੰਦੀ ਹੈ ਉਸ ਨਾਲ ਆਪਣੀ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਨਾਲ ਜਿਹੜਾ ਹੈ ਸੰਪਰਕ ਯਾਨੀ ਕਿ ਕੰਟੈਕਟ ਕਰਦੇ ਸਨ। ਕਹਾਣੀਕਾਰ ਹੁਣ ਉਹਨਾਂ ਲੋਕਾਂ ਨਾਲ ਮਿੱਤਰਚਾਰੀ ਪੈਦਾ ਕਰਨ ਦਾ ਯਤਨ ਕਰਦਾ ਜਿਨ੍ਹਾਂ ਦੇ ਪੁੱਤ ਜਾਂ ਰਿਸ਼ਤੇ ਵਿੱਚੋਂ ਕੋਈ ਪਰਦੇਸ ਗਿਆ ਹੁੰਦਾ। ਉਹ ਜ਼ਮੀਰ ਮਾਰ ਕੇ ਵੀ ਉਹਨਾਂ ਲਈ ਅਣਚਾਹੇ ਕੰਮ ਕਰਦਾ ਅਤੇ ਉਹਨਾਂ ਦੀ ਤਾਬੇਦਾਰੀ ਕਰਦਾ। ਜ਼ਮੀਰ ਮਾਰ ਕੇ ਦਾ ਮਤਲਬ ਹੈ ਯਾਨੀ ਕਿ ਆਪਣੀ ਇਮਾਨਦਾਰੀ ਨੂੰ ਮਾਰ ਕੇ ਅਤੇ ਉਹਨਾਂ ਦੀ ਜਿਹੜੇ ਹੈ ਕੰਮ ਕਰਦਾ ਅਤੇ ਉਹਨਾਂ ਦੀ ਤਾਬੇਦਾਰੀ ਕਰਦਾ। ਤਾਬੇਦਾਰੀ ਦਾ ਮਤਲਬ ਹੈ ਕਿ ਗੁਲਾਮੀ, ਜਾਂ ਆਪਾਂ ਅਧੀਨਗੀ ਕਹਿ ਦਿੰਦੇ ਹਾਂ ਕਿ ਉਹਨਾਂ ਦੀ ਜਿਹੜੀ ਅਧੀਨਗੀ ਸਹਿਣ ਕਰਦਾ ਸੀ।
ਉਂਝ ਉਹ ਦੋਵੇਂ ਪਤੀ ਪਤਨੀ ਇਸ ਸੰਬੰਧੀ ਆਪਣੀ ਧੀ ਨਾਲ ਕੋਈ ਗੱਲ ਨਾ ਕਰਦੇ। ਪਤਾ ਨਹੀਂ ਕਿਉਂ ਉਹਨਾਂ ਨੂੰ ਇਸ ਤੋਂ ਭੈ ਆਉਂਦਾ ਸੀ। ਭੈ ਆਉਂਦਾ ਦਾ ਮਤਲਬ ਹੈ ਕਿ ਡਰ ਆਉਂਦਾ ਸੀ, ਯਾਨੀ ਕਿ ਆਪਣੀ ਧੀ ਨਾਲ ਜਿਹੜੀ ਹੈ ਬਾਹਰ ਦੇ ਰਿਸ਼ਤੇ ਬਾਰੇ ਕੋਈ ਵੀ ਗੱਲ ਨਹੀਂ ਕਰਦੇ ਸਨ, ਕਿਉਂਕਿ ਉਹਨਾਂ ਨੂੰ ਇੱਕ ਡਰ ਜਿਹਾ ਮਹਿਸੂਸ ਹੁੰਦਾ ਸੀ। ਇੱਕ ਦਿਨ ਅਚਾਨਕ ਇੱਕ ਮੁੰਡਾ ਕੈਨੇਡਾ ਤੋਂ ਵਿਆਹ ਕਰਾਉਣ ਲਈ ਪੰਜਾਬ ਆਇਆ। ਕਹਾਣੀਕਾਰ ਇੱਕ ਮਿੱਤਰ ਨੂੰ ਲੈ ਕੇ ਉਸ ਦੇ ਘਰ ਪਹੁੰਚਾ, ਪਰੰਤੂ ਉਸ ਨੂੰ ਦੇਖ ਕੇ ਉਸ ਦਾ ਮਨ ਖਰਾਬ ਹੋ ਗਿਆ, ਕਿਉਂਕਿ ਉਸ ਮੁੰਡੇ ਦੀ ਉਮਰ ਲਗਭਗ 40 ਸਾਲਾਂ ਦੀ ਸੀ। ਯਾਨੀ ਕਿ ਜਿਹੜਾ ਮੁੰਡਾ ਕੈਨੇਡਾ ਤੋਂ ਵਿਆਹ ਕਰਾਉਣ ਲਈ ਆਇਆ ਸੀ ਉਸ ਦੀ ਉਮਰ ਜਿਹੜੀ ਹੈ 40 ਸਾਲਾਂ ਦੀ ਸੀ, ਜੋ ਕਿ ਉਸ ਦੀ ਧੀ ਦੀ ਉਮਰ 25 ਸਾਲਾਂ ਦੀ ਸੀ। ਫਿਰ ਵੀ ਉਸ ਨੂੰ ਉਹ ਰਿਸ਼ਤਾ ਲੈ ਕੇ ਜਾਂਦਾ ਹੈ। ਕਹਾਣੀਕਾਰ ਤਾਂ ਉਸ ਨੂੰ ਦੇਖ ਕੇ ਚੁੱਪ ਹੀ ਰਹਿ ਗਿਆ, ਪਰੰਤੂ ਉਸ ਦਾ ਮਿੱਤਰ ਉਸ ਦੇ ਘਰ ਦੀ ਅਤੇ ਕੁੜੀ ਦੀ ਵਡਿਆਈ ਕਰਕੇ ਸੌਂਦਾ ਹੈ। ਵਡਿਆਈ ਦਾ ਮਤਲਬ ਹੈ ਤਾਰੀਫ ਕਰਕੇ ਸੌਦਾ ਤੈਅ ਗੱਲ ਮੁਕਾਉਣ 'ਤੇ ਯਤਨ ਕਰ ਰਿਹਾ ਸੀ। ਯਾਨੀ ਕਿ ਜਿਹੜਾ ਉਸ ਦਾ ਮਿੱਤਰ ਹੈ ਜੋ ਕਿ ਉਸ ਨੂੰ ਰਿਸ਼ਤਾ ਕਰਾਉਣ ਲਈ ਲੈ ਗਿਆ, ਉਹ ਉਹਨਾਂ ਦੇ ਘਰ ਦੀ ਇੰਨੀ ਜ਼ਿਆਦਾ ਵਡਿਆਈ ਕਰਦਾ ਹੈ ਕਿ ਉਹ ਸੋਚਦਾ ਹੈ ਕਿ ਇਹਨਾਂ ਦਾ ਰਿਸ਼ਤਾ ਇੱਥੇ ਹੀ ਪੱਕਾ ਹੋ ਜਾਵੇ। ਕਹਾਣੀਕਾਰ ਨੇ ਜਦੋਂ ਆਪਣੇ ਮਿੱਤਰ ਨੂੰ ਇੱਕ ਪਾਸੇ ਲਿਜਾ ਕੇ ਕੁੜੀ ਮੁੰਡੇ ਦੀ ਉਮਰ ਵਿੱਚ ਬਹੁਤਾ ਫਰਕ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਇਹ ਕੋਈ ਜ਼ਿਆਦਾ ਉਮਰ ਨਹੀਂ। ਯਾਨੀ ਕਿ ਪਰਦੇਸੀ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਇਸ ਤਰ੍ਹਾਂ ਹੀ ਲੰਘ ਜਾਂਦੀਆਂ ਹਨ। ਕਹਾਣੀਕਾਰ ਫਿਰ ਵੀ ਨਾਂਹ ਕਰ ਰਿਹਾ ਸੀ, ਪਰ ਉਸ ਦੇ ਮਿੱਤਰ ਨੇ ਕਿਹਾ ਕਿ ਪਹਿਲਾਂ ਉਹ ਉਸ ਦੇ ਮਗਰ ਬਾਹਰਲੇ ਮੁੰਡੇ ਲਈ ਪਿਆ ਹੋਇਆ ਸੀ, ਪਰੰਤੂ ਹੁਣ ਉਸ ਨੇ ਉਮਰ ਦਾ ਫਾਨਾ ਫਸਾ ਦਿੱਤਾ ਹੈ। ਫਾਨਾ ਫਸਾਉਣ ਦਾ ਮਤਲਬ ਹੈ ਕਿ ਵਿੱਚ ਜਿਹੜੇ ਗੱਲ ਨੂੰ ਅੜਾ ਦਿੱਤਾ ਹੈ, ਇੱਕ ਬਹਾਨਾ ਲੱਭ ਲਿਆ ਹੈ। ਉਹ ਤਾਂ ਮੁੰਡੇ ਵਾਲੇ ਨਾਲ ਸਾਰੀ ਗੱਲ ਕਰਕੇ ਪੱਕੀ ਹਾਂ ਕਰ ਚੁੱਕਾ ਸੀ। ਯਾਨੀ ਕਿ ਜਿਹੜਾ ਮਿੱਤਰ ਉਸ ਦਾ ਰਿਸ਼ਤਾ ਕਰਾ ਰਿਹਾ ਸੀ, ਪਰ ਉਸ ਨੇ ਮੁੰਡੇ ਵਾਲਿਆਂ ਨੂੰ ਜਿਹੜੀ ਹੈ ਪੱਕੀ ਹਾਂ ਕਰ ਦਿੱਤੀ ਸੀ। ਇਹ ਸੁਣ ਕੇ ਕਹਾਣੀਕਾਰ ਕੁਝ ਨਾ ਬੋਲਿਆ, ਪਰ ਉਸ ਦੇ ਮਿੱਤਰ ਨੇ ਮੁੰਡੇ ਵਾਲਿਆਂ ਨੂੰ ਉਸ ਦੇ ਘਰ ਆਉਣ ਦਾ ਸੱਦਾ ਦੇ ਦਿੱਤਾ। ਸੱਦਾ ਦੇਣ ਦਾ ਮਤਲਬ ਹੈ ਕਿ ਬੁਲਾਵਾ ਜਿਹੜਾ ਹੈ ਦੇ ਦਿੱਤਾ। ਮੁੰਡੇ ਵਾਲਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਕੁੜੀ ਵਾਲਿਆਂ ਦੇ ਘਰ ਆ ਜਾਓ। ਸੱਦਾ ਦੇਣ ਦਾ ਮਤਲਬ ਬੁਲਾਵਾ ਦੇਣਾ। ਜਦੋਂ ਕਹਾਣੀਕਾਰ ਨੇ ਘਰ ਆ ਕੇ ਆਪਣੀ ਪਤਨੀ ਨਾਲ ਮੁੰਡੇ ਦੀ ਉਮਰ ਦੀ ਗੱਲ ਕਰਦਿਆਂ ਨਾਂਹ ਕਰਨ ਦੀ ਗੱਲ ਕੀਤੀ ਤਾਂ ਉਸ ਦੀ ਗੱਲ ਨਾਲ ਸਹਿਮਤ ਨਾ ਹੋਈ। ਕਹਾਣੀਕਾਰ ਨੂੰ ਆਪਣੀ ਪਤਨੀ ਦਾ ਰਵੱਈਆ ਚੰਗਾ ਨਾ ਲੱਗਾ। ਰਵੱਈਆ ਦਾ ਮਤਲਬ ਹੈ ਕਿ ਜਿਹੜਾ ਉਸ ਦਾ ਵਰਤਾਵ ਸੀ ਉਸ ਦੇ ਪ੍ਰਤੀ, ਕਿ ਜਦੋਂ ਉਸਨੇ ਉਸ ਮੁੰਡੇ ਦੀ ਉਮਰ ਦੇ ਬਾਰੇ ਨਾ ਕੀਤੀ, ਪਰ ਜਿਹੜੀ ਉਸ ਦੀ ਪਤਨੀ ਹੈ ਉਸਨੇ ਵਰਤਾਵ ਜਿਹੜਾ ਸੀ ਉਸ ਦੇ ਪ੍ਰਤੀ ਚੰਗਾ ਨਹੀਂ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਇੱਥੇ ਜਿਹੜੀ ਹੈ ਰਿਸ਼ਤੇ ਦੀ ਨਾ ਹੋਵੇ। ਆਪਣੀ ਮਾਂ ਨੂੰ ਨਾਲ ਲੈ ਕੇ ਪਰਦੇਸੀ ਮੁੰਡਾ ਕਹਾਣੀਕਾਰ ਦੇ ਘਰ ਆਇਆ। ਯਾਨੀ ਕਿ ਜਿਹੜਾ ਮੁੰਡਾ ਬਾਹਰੋਂ ਆਇਆ ਸੀ ਰਿਸ਼ਤਾ ਦੇਖਣ ਲਈ, ਉਹ ਆਪਣੀ ਮਾਂ ਦੇ ਨਾਲ ਕਹਾਣੀਕਾਰ ਦੇ ਯਾਨੀ ਕਿ ਰਾਣੀ ਔਰ ਦੇ ਘਰ ਆਉਂਦਾ ਹੈ। ਉਸ ਦਾ ਮਿੱਤਰ ਉਹਨਾਂ ਦੀ ਹਰ ਗੱਲ ਵਿੱਚ ਹਾਂ ਨਾਲ ਹਾਂ ਮਿਲਾ ਰਿਹਾ ਸੀ। ਕਹਾਣੀਕਾਰ ਦੀ ਪਤਨੀ ਨੇ ਆਪ ਵੀ ਉਹਨਾਂ ਦੇ ਕੋਲ ਜਾ ਕੇ ਬੈਠੇ ਅਤੇ ਗੱਲਾਂ ਬਾਤਾਂ ਕਰਨ ਲੱਗੇ। ਇੰਨੇ ਨੂੰ ਰਾਣੀ ਆਪਣੀ ਸਹੇਲੀਆਂ ਕੂਕੀ ਅਤੇ ਸ਼ਮਾ ਨੇ ਕਹਾਣੀਕਾਰ ਨੂੰ ਅੰਦਰ ਬੁਲਾਇਆ। ਯਾਨੀ ਕਿ ਜਦੋਂ ਉਹਨਾਂ ਨੂੰ ਦੇਖਣ ਲਈ ਆਉਂਦੇ ਹਨ ਤਾਂ ਰਾਣੀ ਦੀਆਂ ਸਹੇਲੀਆਂ ਜਿਹੜੀਆਂ ਕੂਕੀ ਅਤੇ ਸ਼ਮਾ ਹਨ, ਉਹ ਉਹਨਾਂ ਦੇ ਘਰ ਆਉਂਦੀਆਂ ਹਨ ਅਤੇ ਉਸ ਕਹਾਣੀਕਾਰ ਯਾਨੀ ਕਿ ਰਾਣੀ ਦੇ ਪਿਓ ਨੂੰ ਅੰਦਰ ਬੁਲਾਇਆ। ਅਤੇ ਇਸ ਸਮੇਂ ਉਸ ਦੀ ਧੀ ਰਾਣੀ ਨੂੰ ਉਸਨੇ ਕਿਹਾ ਕਿ ਉਸਨੇ ਬਾਹਰ ਨਹੀਂ ਜਾਣਾ। ਉਸ ਦੇ ਇਸ ਫੈਸਲੇ ਦਾ ਕਾਰਨ ਉਹ ਅਖਬਾਰ ਵਿਚਲੀ ਖਬਰ ਨੂੰ ਪੜ੍ਹ ਲਵੇ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਕੈਨੇਡਾ ਲੈ ਜਾਣ ਦੇ ਬਹਾਨੇ ਇੱਕ ਮੁੰਡੇ ਨੇ 5 ਲੱਖ ਰੁਪਏ ਦਾਜ ਲੈ ਕੇ ਇੱਧਰ ਦੀ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਸੀ, ਪਰੰਤੂ 4 ਸਾਲ ਬੀਤ ਚੁੱਕੇ ਹਨ, ਉਹ ਮੁੜ ਕੇ ਪਰਤਿਆ ਹੀ ਨਹੀਂ। ਯਾਨੀ ਕਿ ਰਾਣੀ ਜਿਹੜੀ ਹੈ ਇਹਨਾਂ ਖਬਰਾਂ ਤੋਂ ਪਹਿਲਾਂ ਹੀ ਜਾਣਕਾਰ ਸੀ ਕਿ ਜਿਹੜੇ ਬਾਹਰ ਦੇ ਮੁੰਡੇ ਹਨ ਉਹ ਇੱਥੇ ਆ ਕੇ ਦਾਜ ਦੇ ਲਾਲਚ ਨੂੰ ਵਿਆਹ ਕਰਾ ਲੈਂਦੇ ਹਨ, ਸੋਹਣੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ, ਪਰ ਬਾਅਦ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਤਲਾਕ ਦੇ ਕੇ ਇੱਧਰ ਹੀ ਛੱਡ ਜਾਂਦੇ ਹਨ। ਅੱਗੇ ਦੇਖੋ, ਇਹ ਖਬਰ ਸੁਣ ਕੇ ਕਹਾਣੀਕਾਰ ਘਬਰਾ ਗਿਆ, ਪਰੰਤੂ ਉਸਨੇ ਕੁੜੀਆਂ ਦਾ ਮਨ ਟਿਕਾਉਣ ਲਈ ਕਿਹਾ ਕਿ ਖਬਰ ਤਾਂ ਭਾਵੇਂ ਠੀਕ ਹੈ, ਪਰੰਤੂ ਸਾਰੇ ਮੁੰਡੇ ਇਸ ਤਰ੍ਹਾਂ ਨਹੀਂ ਕਰਦੇ। ਇਸ ਦੇ ਬਾਵਜੂਦ ਰਾਣੀ ਨੇ ਜਿੱਦ ਫੜ ਲਈ ਕਿ ਉਹ ਬਾਹਰਲੇ ਦੇਸ਼ ਨਹੀਂ ਜਾਣਾ, ਉਹ ਮੁੰਡੇ ਵਾਲਿਆਂ ਨੂੰ ਜਵਾਬ ਦੇ ਦੇਣ। ਅੰਦਰੋਂ ਭਾਵੇਂ ਕਹਾਣੀਕਾਰ ਵੀ ਉਸ ਬੁੱਢੇ ਨਾਲ ਯਾਨੀ ਕਿ ਜਿਹੜਾ ਰਿਸ਼ਤਾ ਵੇਖਣ ਆਇਆ ਸੀ 40-45 ਸਾਲਾਂ ਦਾ ਇੱਕ ਬੁੱਢੇ ਦੀ ਉਮਰ ਦਾ ਸੀ, ਉਸ ਨਾਲ ਆਪਣੀ ਧੀ ਦਾ ਵਿਆਹ ਕਰਨ ਲਈ ਤਿਆਰ ਨਹੀਂ ਸੀ, ਪਰੰਤੂ ਉਸ ਦੀ ਧੀ ਨੂੰ ਕਹਿ ਰਿਹਾ ਸੀ ਕਿ ਉਹ ਚੰਗੇ ਬੰਦੇ ਹਨ ਅਤੇ ਉਹ ਆਪ ਉਸਦੇ ਜ਼ਿੰਮੇਵਾਰ ਮਾਪੇ ਹਨ, ਇਸ ਕਰਕੇ ਉਹ ਜਿੱਦ ਨਾ ਕਰੇ। ਇਹ ਸੁਣ ਕੇ ਰਾਣੀ ਨੇ ਗੁੱਸੇ ਨਾਲ ਕਿਹਾ ਕਿ ਉਹ ਉਸ ਨੂੰ ਫੂਲ ਬਣਾ ਕੇ ਸਾਰੇ ਟੱਬਰ ਨੂੰ ਵਿਦੇਸ਼ ਭੇਜਣ ਦੇ ਲਾਲਚ ਵਿੱਚ ਇੱਕ ਬੁੱਢੇ ਦੇ ਲੜ ਲਾ ਰਹੇ ਹਨ।
ਫੁੱਲ ਬਣਾ ਕੇ ਯਾਨੀ ਕਿ ਮੂਰਖ ਬਣਾ ਕੇ ਜਿਹੜਾ ਹੈ ਪਾਗਲ ਬਣਾ ਕੇ ਉਸ ਦੇ ਜਿਹੜਾ ਲਾਲਚ ਦੇ ਵਿੱਚ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਉਸ ਨੂੰ ਜਿਹੜਾ ਬੁੱਢੇ ਦੇ ਲੜ ਹੈ ਮਤਲਬ ਬੁੱਢੇ ਦੇ ਨਾਲ ਅੱਧੀ ਉਮਰ ਦੇ ਨਾਲ ਜਿਹੜਾ ਵਿਆਹ ਰਹੇ ਹਨ। ਲੜ ਲਾਉਣਾ ਦਾ ਮਤਲਬ ਹੈ ਵਿਆਹੁਣਾ। ਜੇਕਰ ਉਹ ਅਜਿਹਾ ਕਰਨਗੇ ਤਾਂ ਉਹ ਕਿਸੇ ਖੂਹ ਟੋਬੇ ਨੂੰ ਗੰਦਾ ਕਰ ਦੇਵੇਗੀ। ਖੂਹ ਟੋਬੇ ਦਾ ਅਰਥ ਹੈ ਕਿ ਜੇਕਰ ਉਹ ਉਸ ਨੂੰ ਜ਼ਿਆਦਾ ਇਸ ਦੇ ਨਾਲ ਜ਼ਬਰਦਸਤੀ ਕਰਨਗੇ ਤਾਂ ਉਹ ਖੂਹ ਟੋਬੇ ਨੂੰ ਗੰਦਾ ਕਰ ਦੇਵੇ। ਖੂਹ ਟੋਬੇ ਦਾ ਮਤਲਬ ਹੈ ਕਿ ਉਹ ਕਿਸੇ ਨਾ ਕਿਸੇ ਥਾਂ 'ਤੇ ਨਹਿਰ ਜਾਂ ਖੂਹ ਵਿੱਚ ਡੁੱਬ ਕੇ ਮਰ ਜਾਵੇਗੀ। ਕੁੜੀ ਦੀ ਸਿਰੇ ਦੀ ਗੱਲ ਸੁਣ ਕੇ ਕਹਾਣੀਕਾਰ ਪੱਥਰ ਹੀ ਹੋ ਗਿਆ। ਪੱਥਰ ਹੋ ਜਾਣਾ ਦਾ ਮਤਲਬ ਹੈ ਕਿ ਉਹ ਇੱਕਦਮ ਉਸ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਉਸ ਨੇ ਆਪਣੀ ਧੀ ਨੂੰ ਕਿਹਾ ਕਿ ਉਹ ਆਪਣੀ ਕਦੇ ਵੀ ਬਾਹਰ ਜਾਣ ਲਈ ਤੰਗ ਨਹੀਂ ਕਰੇਗਾ। ਇਸ ਪਿੱਛੋਂ ਉਹ ਘਰ ਆਏ ਬੰਦਿਆਂ ਕੋਲ ਆ ਬੈਠਾ। ਜਦੋਂ ਉਹਨਾਂ ਕੁੜੀ ਵੇਖਣ ਦੀ ਗੱਲ ਤੋਰੀ ਤਾਂ ਉਹ ਆਪ ਆਪਣੀ ਪਤਨੀ ਅਤੇ ਮਿੱਤਰ ਨੂੰ ਲੈ ਕੇ ਬਾਹਰ ਆ ਗਿਆ। ਉਸ ਨੇ ਆਪਣੇ ਮਿੱਤਰ ਤੋਂ ਮਾਫ਼ੀ ਮੰਗਦਿਆਂ ਦੱਸਿਆ ਕਿ ਉਹਨਾਂ ਦੀ ਧੀ ਕਹਿੰਦੀ ਹੈ ਕਿ ਜੇਕਰ ਉਹਨਾਂ ਨੇ ਇਸ ਬੁੱਢੇ ਨਾਲ ਉਸ ਦਾ ਵਿਆਹ ਕੀਤਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਖੁਦਕੁਸ਼ੀ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਮਾਰ ਲਵੇਗੀ। ਇਸ ਕਰਕੇ ਉਹ ਇਹ ਰਿਸ਼ਤਾ ਨਹੀਂ ਕਰਨਗੇ। ਇਸ ਸਮੇਂ ਉਸ ਦੀ ਪਤਨੀ ਨੇ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ, ਯਾਨੀ ਕਿ ਇਸ ਤੋਂ ਬਾਅਦ ਜਿਹੜਾ ਹੈ ਉਸ ਦੀ ਪਤਨੀ ਵੀ ਰਾਜ਼ੀ ਹੋ ਗਈ ਕਿ ਅਸੀਂ ਇੱਥੇ ਰਿਸ਼ਤਾ ਨਹੀਂ ਕਰਾਂਗੇ। ਅਸਲ ਵਿੱਚ ਕਹਾਣੀਕਾਰ ਨੇ ਸੋਚਿਆ ਸੀ ਕਿ ਧੀ ਦੇ ਬਹਾਨੇ ਉਹ ਆਪ ਬਾਹਰ ਚਲੇ ਜਾਣਗੇ ਅਤੇ ਉਸ ਦੇ ਦੋਵੇਂ ਮੁੰਡੇ ਵੀ, ਕਿਉਂਕਿ ਇੱਥੇ ਖੱਪ ਕੇ ਮਰਨ ਨਾਲੋਂ ਬਾਹਰ ਦੀ ਜ਼ਿੰਦਗੀ ਸੌਖੀ ਹੈ। ਖੱਪ ਕੇ ਮਰਨ ਦਾ ਮਤਲਬ ਹੈ ਕਿ ਇੱਥੇ ਜਿਹੜਾ ਹੈ ਰੋ ਕੇ ਜਿਹੜੀ ਜ਼ਿੰਦਗੀ ਸਾਡੀ ਔਖੇ ਅਸੀਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹਾਂ, ਬਾਹਰ ਜਾ ਕੇ ਜਿਹੜਾ ਹੈ ਅਸੀਂ ਸੌਖੇ ਹੋ ਜਾਵਾਂਗੇ। ਉੱਥੇ ਮਿਹਨਤ ਦਾ ਫਲ ਮਿਲਦਾ ਹੈ। ਇੰਝ ਉਹ ਉਹਨਾਂ ਲੋਕਾਂ ਦੀ ਰੀਸ ਕਰ ਰਿਹਾ ਸੀ ਜਿਨ੍ਹਾਂ ਦੇ ਇੱਥੇ ਕੰਮਕਾਰ ਚੰਗੇ ਹੋਣ, ਪਰ ਫਿਰ ਵੀ ਉਹ ਧੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਕੇ ਆਪ ਬਾਹਰ ਸੈੱਟ ਹੋਣ ਦੀਆਂ ਸਕੀਮਾਂ ਸੋਚਦੇ ਹਨ। ਪਰ ਇਸ ਦੇ ਨਾਲ ਹੀ ਉਸ ਦੇ ਮਨ ਵਿੱਚ ਅਖਬਾਰਾਂ ਵਿੱਚ ਹਰ ਰੋਜ਼ ਵਿਦੇਸ਼ੀ ਲਾੜਿਆਂ ਬਾਰੇ ਛਪਦੀਆਂ ਖਬਰਾਂ ਵੀ ਘੁੰਮਦੀਆਂ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਲਾੜਿਆਂ ਦੁਆਰਾ ਮੇਮਾਂ ਨਾਲ ਕੀਤੇ ਫਰਜ਼ੀ ਵਿਆਹ। ਮੇਮਾਂ ਨਾਲ ਮਤਲਬ ਹੈ ਕਿ ਜਿਹੜਾ ਬਾਹਰ ਜਾ ਕੇ ਮੁੰਡੇ ਵਿਆਹ ਕਰਾਉਂਦੇ ਹਨ। ਫਰਜ਼ੀ ਵਿਆਹ ਦਾ ਮਤਲਬ ਕਿ ਬਾਹਰ ਪੱਕੇ ਹੋਣ ਲਈ ਉਹ ਜਿਹੜਾ ਉੱਥੇ ਦੀਆਂ ਜਿਹੜੀਆਂ ਬਾਹਰ ਦੀਆਂ ਕੁੜੀਆਂ ਹੁੰਦੀਆਂ ਹਨ ਉੱਥੇ ਨਕਲੀ ਵਿਆਹ ਕਰਾ ਲੈਂਦੇ ਹਨ। ਉਹਨਾਂ ਦੇ ਬੱਚੇ ਹੋਣ ਅਤੇ ਫਿਰ ਇੱਧਰ ਲੱਖਾਂ ਰੁਪਏ ਦਾ ਦਾਜ ਬਟੋਰ ਕੇ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਮਗਰੋਂ ਉਹਨਾਂ ਦੀ ਪਰਵਾਹ ਨਾ ਕਰਨਾ ਜਾਂ ਉੱਥੇ ਲਿਜਾਣ ਮਗਰੋਂ ਛੱਡ ਦੇਣ ਸੰਬੰਧੀ ਲਿਖਿਆ ਹੁੰਦਾ ਹੈ। ਯਾਨੀ ਕਿ ਜਿਹੜੇ ਲੋਕ ਬਾਹਰ ਪੱਕੇ ਹੋਣ ਲਈ ਉੱਥੇ ਦੀਆਂ ਮੇਮਾਂ ਨਾਲ ਵਿਆਹ ਕਰਾਉਂਦੇ ਹਨ ਅਤੇ ਉੱਥੇ ਬੱਚੇ ਹੋਣ ਤੋਂ ਬਾਅਦ ਵੀ ਜਿਹੜਾ ਹੈ ਇੱਧਰ ਇੰਡੀਆ ਵਿੱਚ ਵਾਪਿਸ ਆ ਕੇ ਇੱਧਰ ਲੱਖਾਂ ਰੁਪਏ ਦਾ ਦਾਜ ਬਟੋਰ ਕੇ ਕੁੜੀਆਂ ਦੀ ਜ਼ਿੰਦਗੀ ਜਿਹੜੀ ਖਰਾਬ ਕਰਦੇ ਹਨ, ਉਹਨਾਂ ਦਾ ਜਿਹੜਾ ਲਾਲਚ ਹੈ ਉਸ ਸੰਬੰਧੀ ਲਿਖਿਆ ਹੁੰਦਾ ਹੈ। ਉਸ ਨੂੰ ਜਾਪਦਾ ਸੀ ਕਿ ਉਸ ਦੀ ਕੁੜੀ ਵੀ ਵਿਦੇਸ਼ ਨਾ ਜਾਣ ਦੀ ਅੜੀ ਨੇ ਉਸ ਦੇ ਕਪਾਟ ਖੋਲ੍ਹ ਦਿੱਤੇ ਹਨ। ਕਪਾਟ ਖੋਲ੍ਹਣ ਦਾ ਮਤਲਬ ਹੈ ਕਿ ਉਸ ਦੇ ਜਿਹੜੇ ਕੰਨ ਖੋਲ੍ਹ ਦਿੱਤੇ ਹਨ ਜਾਂ ਉਸ ਨੂੰ ਜਿਹੜਾ ਹੈ ਸਿੱਧੇ ਰਾਹੇ ਪਾ ਦਿੱਤਾ ਹੈ। ਫਲਸਰੂਪ ਉਸ ਨੇ ਆਪਣੇ ਬਾਹਰ ਨਾ ਭੇਜਣ ਦਾ ਜਿਹੜਾ ਹੈ ਪੱਕਾ ਫੈਸਲਾ ਕਰ ਲਿਆ ਸੀ। ਧੰਨਵਾਦ।